ਵਾਹਿਗੁਰੂ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, मेरा दुख सुख तुझ ही पास। बाणी गुरु गुरु है बाणी, विच बाणी अमृत सारे, गुरबाणी कहे सेवक जन मानै, प्रतख गुरु निस्तारे। गुरबाणी कहे सेवक जन मानै, प्रतख गुरु निस्तारे। वाहिगुरु जी का खालसा, वाहिगुरु जी की फतेह। जुगो जुग टल दसां पातशाहियां दी जोत सतगुरु श्री गुरु ग्रंथ साहिब जी महाराज जी दी पावन पवित्र हजूरी अंदर सुभाईमान सत्कारयोग गुरु प्यारी साध संगत जी, आप जी नगर केसरी दे विच इतिहासक नगर है, जिथों दे ਸਿੰਘਾਂ ने कौमी एकता दे लई, पंथ दे लई शहादतां प्राप्त कीतियां। इस पावन अस्थान दे उत्ते बैठ के ये जो गुरमत समागम मना रहे हो, बड़भागे हो। साडे तो दास तो पहला साडे विचकार गुरु घर के बहुत प्यारे सेवक श्रोमणी गुरुद्वारा प्रबंधक कमेटी के मैंबर साहिबान चौदहियां ते विराजमान कैंपरी साहब ने आप जी नूं बहुत ही वधिया तरीके नाल, बड़े सुचज्जे ढंग नाल अज दे हालातां बारे इन्हां ने सुनाया आपां नूं। शायद जिन्ने वधिया तरीके नाल ये उस चीज़ नूं सुना गए, असी उस चीज़ नूं ना उस तरीके नाल सुना सके, क्योंकि साडा विशा नहीं है राजनीति का। जो कुछ अजकल चल रहा है बरीकी तौर पर इन्हां दी नज़र रहिंदी है। हुण आपां जिस गुरमत समागम लई जां जिस विषय के उत्ते अज दा समागम कीता है, उहदे बारे भी थोड़ी जानकारी मैनूं सरदार अंग्रेज सिंह हुणी दस रहे सन कि गुरु ग्रंथ साहब महाराज सच्चे पातशाह जी के पहले प्रकाश पुरब के संबंध के अंदर गुरमत समागम करवाया गया। गुरु ग्रंथ साहब महाराज सच्चे पातशाह नूं असीं नमस्कार करदे हां। साडे गुरु ने गुरु ग्रंथ साहब जी बारे जदों गुरु गोबिंद सिंह साहब सच्चे पातशाह नूं ध्यान देना है, जदों पुछया, जदों हजूर साहब की पावन धरती ते दशमेश पिता जी ने यह गल आखी संगत नूं कि असीं ते जी हुण सचखंड प्याना कर जाना है। संगत दे विच इस गल नूं लैके बड़ा विराग भी सी, पर दशमेश पिता जी नूं आख्या महाराज आप जी तो चले जाओगे, आप जी तो बाद गुरु कौन होवेगा? असी दर्शन किहदे करने हन? कल्ला दर्शन करना ही नहीं, नाल कोई सिक्ख्या भी लैनी है, गुरु तो ही लेनी है। गुरु के सिख ने असी की तो लवांगे?
ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਚਨ ਕੀਤੇ ਉਹ ਇਤਿਹਾਸ 'ਚ ਲਿਖੇ ਪਏ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਧਰਵਾਸ ਦਿੰਦੇ ਹੋਏ ਬਚਨ ਕੀਤੇ ਸਨ, ਸੰਗਤ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਤੇ ਨਾਲ ਇਹ ਵੀ ਲਿਖਿਆ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤਾ ਕਿ ਭਾਵੇਂ ਕੋਈ ਬੰਦਾ, ਧਿਆਨ ਦੇਣਾ ਤੁਸੀਂ, ਕੰਧ ਤੇ ਬੈਠੇ, ਕੰਧ ਤੇ ਕੰਧ ਨੂੰ ਆਖੇ ਚੱਲ ਪੈ, ਰਿੱਧੀ ਸਿੱਧੀ ਨਾਲ, ਸਿੱਧ ਹੋਵਾ ਸਿੱਧ ਲਾਈ, ਲੋਕ ਰਾਖੇ ਭਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ। ਇੱਦਾਂ ਦੀਆਂ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਵੀ ਬੰਦਿਆਂ ਵਿੱਚ ਆ ਜਾਂਦੀਆਂ। ਰਿੱਧਾ ਖਾਓ, ਮਹਾਰਾਜ ਕਹਿੰਦੇ ਕੋਈ ਬੰਦਾ ਕੰਧ ਤੇ ਬੈਠੇ ਤੇ ਕੰਧ ਤੁਰ ਪਵੇ ਬੰਦੇ ਦੇ ਹੁਕਮ ਨਾਲ, ਤੇ ਤੁਹਾਡੇ ਕੋਲ ਬੰਦਾ ਆ ਜਾਵੇ, ਸ਼ਕਤੀ ਦਿਖਾਵੇ। ਗੁਰੂ ਕੇ ਸਿੱਖੋ ਤੁਸੀਂ ਡੋਲਣਾ ਨਹੀਂ, ਇਹੋ ਜਿਹਾ ਸਿੱਧ ਵੀ ਤੁਹਾਡੇ ਸਾਹਮਣੇ ਆ ਜਾਵੇ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਨਾਲ ਅਗਲਾ ਵਚਨ ਇਹ ਕੀਤਾ, ਕੋਈ ਬੰਦਾ ਰੁੱਖ ਤੇ ਬੈਠ ਜਾਵੇ ਤੇ ਰੁੱਖ ਨੂੰ ਕਹਿ ਉੱਡ, ਤੇ ਰੁੱਖ ਨੂੰ ਖੰਭ ਲੱਗ ਜਾਣ। ਦੇਖੋ ਕਿੱਦਾਂ ਦੇ ਵਚਨ ਗੁਰੂ ਗੋਬਿੰਦ ਸਿੰਘ ਨੇ, ਕਿੱਡੇ ਨਿਸ਼ਚੇ ਦੇ ਵਚਨ ਤੁਹਾਨੂੰ ਸਾਨੂੰ ਦੱਸੇ। ਤੇ ਇੰਨੀ ਤਾਕਤ ਵਾਲਾ, ਇੰਨੀ ਕਰਾਮਾਤ ਵਾਲਾ ਬੰਦਾ ਤੁਹਾਡੇ ਸਾਹਮਣੇ ਆ ਖੜੇ, ਤੇ ਗੁਰੂ ਕੇ ਸਿੱਖੋ ਫਿਰ ਵੀ ਤੁਸੀਂ ਆਪਣਾ ਮਨ ਨਹੀਂ ਢਲਾਉਣਾ, ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਣਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਔਰ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤੇ ਉਹ ਇਹ ਨੇ, ਮਹਾਰਾਜ ਨੇ ਬਚਨ ਕੀਤਾ, ਮਮ ਦਰਸ਼ ਜੇ ਦੇਖਣਾ ਗੁਰੂ ਗ੍ਰੰਥ ਦਰਸਾਏ। ਕਹਿੰਦੇ ਜੇ ਸਿੱਖੋ ਤੁਸੀਂ ਮੇਰੇ ਦਰਸ਼ਨ ਕਰਨ ਦੀ ਚਾਹਨਾ ਰੱਖਦੇ ਹੋ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਿਓ। ਮੇਰੇ ਦਰਸ਼ਨਾਂ ਦਾ ਫਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ 'ਚੋਂ ਹੋਵੇਗਾ। ਅਗਲਾ ਵਚਨ ਕੀਤਾ, ਬਾਤ ਕਰਨ ਮੁਝ ਸੋ ਚਾਹੈ। ਕੋਈ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਕਿ ਮੈਂ ਗੁਰੂ ਸਾਹਿਬਾਨ ਨਾਲ ਗੱਲ ਕਰਨੀ, ਮੈਂ ਗੁਰੂ ਜੀ ਤੋਂ ਕੁਝ ਪੁੱਛਣਾ ਹੈ, ਮਨ ਦੇ ਵਿੱਚ ਕੋਈ ਸੰਕਲਪ ਲੈ ਕੇ, ਫੁਰਨਾ ਲੈ ਕੇ ਆਇਆ, ਤੇ ਮਹਾਰਾਜ ਕਹਿੰਦੇ ਬਾਤ ਕਰਨ ਮੁਝ ਸੋ ਚਾਹੈ, ਪੜ੍ਹੈ ਗ੍ਰੰਥ ਚਿੱਤ ਲਾਏ। ਜੇ ਕੋਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਿੱਤ ਲਾ ਕੇ ਪੜ੍ਹਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਬੋਲਾਂਗਾ, ਮੇਰੇ ਨਾਲ ਗੱਲਾਂ ਹੋਣਗੀਆਂ, ਮੈਂ ਤੁਹਾਡੇ ਜਵਾਬ ਬਾਣੀ ਦੇ ਸ਼ਬਦਾਂ ਦੇ ਰਾਹੀਂ ਦੇਵਾਂਗਾ। ਤੁਸੀਂ ਬਾਣੀ ਨਾਲ ਜੁੜੋਗੇ, ਸਿੱਧੇ ਮੇਰੇ ਨਾਲ ਜੁੜ ਜਾਓਗੇ। ਰੋਜ਼ ਅਰਦਾਸ ਤੋਂ ਬਾਅਦ ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਪੰਥ ਪ੍ਰਮਾਣਿਤ ਦੋਹਰਾ, ਜਿਹਦੇ ਵਿੱਚ ਆਪਾਂ ਰੋਜ਼ ਕਹਿੰਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬੇਨਤੀ ਨਹੀਂ ਕੀਤੀ ਉੱਥੇ ਵੀ ਤੁਹਾਡੇ ਅੱਗੇ ਬੇਨਤੀ ਹੈ ਜੀ ਮੰਨ ਲਓ ਜੀ, ਨਾ ਨਾ, ਉੱਥੇ ਹੁਕਮ ਕੀਤਾ ਹੈ। ਬੇਨਤੀ ਹੁੰਦੀ ਤੁਹਾਡੀ ਮਰਜ਼ੀ ਮੰਨਣੀ ਮੰਨੋ ਤੇ ਨਹੀਂ ਮੰਨਣੀ ਨਾ ਮੰਨੋ, ਪਰ ਹੁਕਮ ਜਿਹੜਾ ਹੁੰਦਾ ਉਹਦੇ 'ਚ ਇੱਧਰ ਉੱਧਰ ਨਹੀਂ ਕਰ ਸਕਦੇ ਗੱਲ ਤੁਸੀਂ। ਹੁਕਮ ਤੇ ਪੱਕਾ ਹੀ ਹੁੰਦਾ, ਬਾ ਹੁਕਮ ਹੁੰਦੀ ਗੱਲ ਵੀ ਇਹਨੂੰ ਮੰਨਣਾ ਹੀ ਪੈਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇਹ ਤੁਹਾਨੂੰ ਮੰਨਣਾ ਚਾਹੀਦਾ, ਮੰਨਣਾ ਪੈਣਾ, ਤੁਹਾਨੂੰ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। ਇਹਦੇ ਪਿੱਛੇ ਹੁਣ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਹੈ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ, ਕਈ ਵਾਰੀ ਅਸੀਂ ਇੱਥੇ ਹੀ ਖੜ ਜਾਂਦੇ ਹਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਹੀ ਆਪਾਂ ਗੱਲ ਸ਼ੁਰੂ ਕਰ ਲਈਏ ਵੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਕਰਵਾ ਦਿੱਤਾ। ਉਹ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ, ਉਦੋਂ ਤੋਂ ਹੀ ਗੁਰਬਾਣੀ ਦੀ ਗੱਲ, ਗੁਰਬਾਣੀ ਦੇ ਲੜ ਸੰਗਤ ਨੂੰ ਲਾਇਆ ਜਾਣ ਲੱਗਾ ਸੀ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਜਦੋਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਯਾਤਰਾ ਤੇ ਗਏ, ਜਿਹਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਮਹਾਰਾਜ ਜੀ ਦੀਆਂ ਫੇਰੀਆਂ, ਧਰਮ ਪ੍ਰਚਾਰ ਦੀਆਂ ਜਿਹੜੀਆਂ ਫੇਰੀਆਂ,
ਉਸ ਵੇਲੇ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬਾਣੀ ਦੀ ਪੋਥੀ ਸੀ, ਕੋਲ ਸੀ। ਭਾਈ ਗੁਰਦਾਸ ਦੀਆਂ ਵਾਰਾਂ 'ਚ 2 ਥਾਂ ਜ਼ਿਕਰ ਮਿਲਦਾ ਹੈ। ਉਹ ਲਿਖਿਆ, ਆਸਾ ਹੱਥ ਕਿਤਾਬ ਕਛ, ਕੁੱਜਾ ਵਾਂਗ ਮੁਸੱਲਾ ਧਾਰੀ। ਜਦੋਂ ਭਾਈ ਗੁਰਦਾਸ ਜੀ ਲਿਖਦੇ ਆ ਨਾ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ, ਕੁੱਜਾ ਵਾਂਗ ਮੁਸੱਲਾ ਧਾਰੀ, ਸੁੱਤਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ। ਉੱਥੇ ਸਾਰੀ ਉਹਦੇ ਵਿੱਚ ਆਪਾਂ ਜਿਹੜੀ ਗੱਲ ਲੈਣੀ, ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਜਦੋਂ ਘਰੋਂ ਨਿਕਲੇ, ਇੱਕ ਤੇ ਬਾਬੇ ਨਾਨਕ ਦੇ ਕੋਲ ਸੋਟਾ ਸੀ ਆਪਣੇ ਹੱਥ ਦੇ ਵਿੱਚ, ਇੱਕ ਗੁਰੂ ਨਾਨਕ ਦੇਵ ਜੀ ਦੇ ਕੋਲ, ਜਿਹਨੂੰ ਪੋਥੀ ਆਪਾਂ ਕਹਿੰਦੇ, ਪੋਥੀ ਸਾਹਿਬ ਬਾਣੀ 'ਚ ਪੋਥੀ ਪਰਮੇਸ਼ਰ ਕਾ ਥਾਨ ਲਿਖਿਆ, ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਸੀ। ਉਹ ਪੋਥੀ ਕਿਹੜੀ ਸੀ? ਨਾ ਤੇ ਕੋਈ ਗੀਤਾ ਸੀ ਬਾਬਾ ਜੀ ਕੋਲ, ਨਾ ਕੋਈ ਕੁਰਾਨ ਸੀ। ਗੁਰੂ ਬਾਬਾ ਜੀ ਦੇ ਕੋਲ ਗੁਰਬਾਣੀ ਦੀ ਪੋਥੀ ਸੀ। ਦੂਜੀ ਥਾਂ ਭਾਈ ਗੁਰਦਾਸ ਜੀ ਦਾ ਇਹ ਵੀ ਆਉਂਦਾ ਹੈ ਕਿ ਜਦੋਂ ਬਾਬਾ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਬਗਦਾਦ ਪਹੁੰਚੇ ਆ, ਉੱਥੇ ਹਿੰਦੂ ਅਤੇ ਮੁਸਲਮਾਨਾਂ ਦਾ ਆਪਸੀ ਬਹੁਤ ਵੱਡਾ ਤਕਰਾਰ ਖੜਾ ਹੋ ਗਿਆ, ਟਕਰਾਅ ਖੜਾ ਹੋ ਗਿਆ। ਗੱਲ ਨੂੰ ਲੈ ਕੇ ਗੱਲ ਇਹ ਸੀ ਕਿ ਮੁਸਲਮਾਨ ਲੋਕ ਸਨ ਜਿਹੜੇ, ਉਹ ਹਿੰਦੂਆਂ ਨੂੰ ਇਹ ਕਹਿੰਦੇ ਸਨ ਕਿ ਤੁਸੀਂ ਜਿਹੜੇ ਆਪਣੇ ਬੰਦਿਆਂ ਨੂੰ ਸੰਸਕਾਰ ਕਰਦੇ ਹੋ, ਦਾਹ ਕਰਦੇ ਹੋ, ਅਗਨ ਭੇਟ ਕਰਦੇ ਹੋ, ਇਹ ਠੀਕ ਨਹੀਂ ਕਰਦੇ, ਕਿਉਂਕਿ ਇਸਲਾਮ ਦੇ ਅਕੀਦੇ ਦੇ ਹਿਸਾਬ ਨਾਲ ਜਿਹੜੇ ਬੰਦੇ ਨੂੰ ਅੱਗ ਵਿੱਚ ਸਾੜ ਦਿੱਤਾ ਜਾਂਦਾ, ਉਹ ਬੰਦਾ, ਜਿਹਨੂੰ ਇਹ ਰੋਜ਼ੇ ਕਿਆਮਤ ਕਹਿੰਦੇ ਆ, ਆਖਰੀ ਦਿਨ ਕਹਿੰਦੇ ਰੋਜ਼ੇ ਕਿਆਮਤ ਤੱਕ ਅੱਗ ਦੇ ਵਿੱਚ ਸੜਦਾ ਹੀ ਰਹਿੰਦਾ ਉਹ। ਇਸ ਲਈ ਤੁਹਾਨੂੰ ਬੰਦੇ ਨੂੰ ਸਾੜਨਾ ਨਹੀਂ ਚਾਹੀਦਾ, ਤੁਸੀਂ ਸਾਡੀ ਰੀਤ ਅਪਣਾਓ ਤੇ ਬੰਦਿਆਂ ਨੂੰ ਮਿੱਟੀ 'ਚ ਦੱਬਿਆ ਕਰੋ। ਇਸ ਗੱਲ ਨੂੰ ਲੈ ਕੇ ਬੜਾ ਝਗੜਾ ਹੋ ਗਿਆ। ਉਹ ਕਹਿੰਦੇ ਸਾਡਾ ਰਾਮ ਵੱਡਾ, ਉਹ ਕਹਿੰਦੇ ਸਾਡਾ ਰਹੀਮ ਵੱਡਾ। ਤੇ ਜਦੋਂ ਗੁਰੂ ਨਾਨਕ ਦੇਵ ਜੀ ਉਸ ਇਲਾਕੇ ਵਿੱਚ ਗਏ ਤੇ ਉਸ ਇਲਾਕੇ ਦੇ ਬੰਦੇ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਆ, ਪੁੱਛਣ, ਭਾਈ ਗੁਰਦਾਸ ਜੀ ਨੇ ਦਿੱਤਾ, ਪੁੱਛਣ ਗੱਲ ਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਗੱਲ ਇਮਾਨ ਦੀ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਪੁੱਛਣ ਫੋਲ ਕਿਤਾਬ ਨੂੰ, ਹੇ ਬਾਬਾ ਸਾਡੀ ਪੋਥੀ ਵਿੱਚ ਹਿੰਦੂ ਲੋਕ ਕਹਿੰਦੇ, ਸਾਡੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿ ਹਿੰਦੂ ਵੱਡੇ ਆ, ਓਮਕਾਰ ਦੇ ਉਪਾਸਨਾ ਕਰਨ ਵਾਲੇ ਬੰਦੇ ਦੀ ਢੋਈ ਮਿਲਣੀ ਹੈ। ਇਹ ਗੀਤਾ ਵਿੱਚ ਵੀ ਲਿਖਿਆ, ਓਮ ਇਤੇ ਏਕਾਕਸ਼ਰੰ ਬ੍ਰਹਮੰ ਵਯਾਹਰਨ ਮਾ ਮਨੁ ਸਮਰਨ ਯਹ ਪ੍ਰਿਆ ਤਜੰ ਦੇਹੀ ਸਜਾਤੀ ਪਰਮਾਗਤਿ। ਉਪਨਿਸ਼ਦਾਂ ਵਿੱਚ ਵੀ ਲਿਖਿਆ, ਵੇਦ ਦੇ ਵਾਕ ਵੀ ਇਹੀ ਨੇ ਵੀ ਜਿਹੜੇ 4 ਵੇਦ ਵਾਕ ਨੇ ਉਹਨਾਂ ਦੇ ਅਨੁਸਾਰ ਹੀ ਮੁਕਤੀ ਹੋਣੀ। ਮੁਸਲਮਾਨ ਆਪਣੀ ਗੱਲ ਕਰਦੇ ਆ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਆਖਿਆ, ਮੁਸਲਮਾਨਾਂ ਸਿਫਤ ਸਰਈਅਤ ਪੜ੍ਹ ਪੜ੍ਹ ਕਰੈ ਵਿਚਾਰ। ਕਹਿੰਦੇ ਮੁਸਲਮਾਨ ਆਪਣੀ ਸ਼ਰ੍ਹਾ ਦੀ ਸਿਫਤ ਕਰਦੇ, ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ, ਵਿਚਾਰ ਕਰ ਕਰਕੇ। ਤੇ ਕਹਿੰਦੇ ਕੀ ਆ, ਬੰਦੇ ਸੇਜੇ ਪਵਾਂ ਵਿੱਚ ਬੰਦੀ। ਲੋਕਾਂ ਨੂੰ ਮੁਸਲਮਾਨ ਕਹਿੰਦੇ ਆ, ਬੰਦਾ ਤਾਂ ਉਹੀ ਆ ਜਿਹੜਾ ਸਾਡੀ ਬੰਦੀ ਜਾਣੀ ਸਾਡੀ ਸ਼ਰ੍ਹਾ 'ਚ ਪੈਂਦਾ। ਇਸ ਗੱਲ ਦਾ ਝਗੜਾ ਤੇ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬਾ ਜੀ ਤੁਹਾਡੀ ਬਾਣੀ ਦੱਸੋ, ਤੁਹਾਡੀ ਪੋਥੀ 'ਚ ਕੀ ਲਿਖਿਆ, ਤੁਸੀਂ ਕੀ ਕਹਿੰਦੇ ਹੋ, ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ ਹੈ? ਸਾਡੇ ਧਾਰਮਿਕ ਗ੍ਰੰਥ ਤੇ ਸਾਨੂੰ ਇਹ ਕਹਿੰਦੇ ਆ ਤੁਸੀਂ ਵੱਡੇ ਹੋ। ਫਿਰ ਉੱਥੇ ਗੁਰੂ ਨਾਨਕ ਦੇਵ ਜੀ ਨੇ ਜੋ ਆਪਣੀ ਬਾਣੀ ਦਾ ਉਪਦੇਸ਼ ਦਿੱਤਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਗੁਰੂ ਜੀ ਕਹਿੰਦੇ ਜਿਹਦੇ ਅਮਲ ਸ਼ੁਭ ਨਹੀਂ ਉਹ ਦੋਵੇਂ ਹੀ ਰੋਣਗੇ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਵੱਡਾ ਮਹਾਰਾਜ ਨੇ ਆਖਿਆ, ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਜੇ ਉਹਨਾਂ ਦੀ ਕਰਨੀ ਸ਼ੁਭ ਨਹੀਂ ਤੇ ਦਰਗਾਹ 'ਚ ਉਹਨਾਂ ਨੂੰ ਥਾਂ ਨਹੀਂ ਮਿਲੇਗੀ। ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ, ਰਾਹ ਸ਼ੈਤਾਨੀ ਦੁਨੀਆ ਕੋਈ ਆਪਸ ਵਿੱਚ ਝਗੜਾ ਕਰੀ ਜਾਂਦੇ ਆ।
ਉਸੇ ਉਹੀ ਰਾਮ ਹੈ, ਉਹੀ ਰਹੀਮ ਹੈ। ਤੇ ਸ਼ੈਤਾਨ ਦੇ ਪਿੱਛੇ ਲੱਗੇ ਹੋਏ ਲੋਗੋ ਸ਼ੈਤਾਨੀਆਂ ਕਰਦੇ ਹੋ, ਰੱਬ ਦੇ ਨਾਂ ਤੇ ਫਿਤਨੇ ਫਸਾਦ ਝਗੜੇ ਪੈਦਾ ਕਰਦੇ ਹੋ। ਰੱਬ ਤਾਂ ਇੱਕੋ ਹੀ। ਭਾਈ ਗੁਰਦਾਸ ਨੇ ਉਦਾਹਰਨਾਂ ਵਿੱਚ ਦੱਸਿਆ, ਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਦੀ ਪੋਥੀ ਆਪਣੇ ਕੋਲ ਰੱਖਦੇ ਸਨ। ਫਿਰ ਇਤਿਹਾਸਕ ਹਵਾਲੇ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਲਓ, ਪੁਰਾਤਨ ਜਨਮ ਸਾਖੀ ਪੜ੍ਹ ਲਓ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਸੰਗਲਾਦੀਪ ਗਏ ਆ, ਉੱਥੇ ਦਾ ਰਾਜਾ ਸ਼ਿਵਨਾਭ ਸੀ। ਉਹਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਬੜੀ ਵੱਡੀ ਸੇਵਾ ਕੀਤੀ। ਸਾਧ ਸੰਗਤ, ਕਈ ਦਿਨ ਗੁਰੂ ਜੀ ਉੱਥੇ ਰਹੇ। ਉਹਨਾਂ ਦਾ ਪਿਆਰ ਗੁਰੂ ਜੀ ਨਾਲ ਬੜਾ ਬਣ ਗਿਆ, ਬਹੁਤ ਸਾਰਾ ਪਿਆਰ ਬਣ ਗਿਆ। ਤੇ ਜਦੋਂ ਗੁਰੂ ਜੀ ਉੱਥੋਂ ਜਾਣ ਲੱਗੇ, ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ, ਜੀ ਤੁਸੀਂ ਇੱਥੇ ਹੀ ਰਹੋ ਸਾਡੇ ਕੋਲ, ਤੁਸੀਂ ਸਾਨੂੰ ਛੱਡ ਕੇ ਨਾ ਜਾਓ, ਇੱਥੇ ਹੀ ਰਹੋ। ਤੇ ਜੇ ਤੁਸੀਂ ਇੱਥੇ ਰਹੋਗੇ, ਸਾਡਾ ਸਾਰਾ ਰਾਜ ਤੁਹਾਡਾ ਹੀ ਆ, ਅਸੀਂ ਤੁਹਾਡੇ ਸੇਵਾਦਾਰਾਂ, ਜੋ ਕਹੋਗੇ ਅਸੀਂ ਕਰਦੇ ਰਹਾਂਗੇ। ਗੁਰੂ ਨਾਨਕ ਦੇਵ ਜੀ ਨੇ ਉਸ ਰਾਜੇ ਨੂੰ ਸਮਝਾਇਆ ਸੀ, ਸ਼ਿਵਨਾਭ ਨੂੰ, ਉਹ ਰਾਜੇ ਦਾ ਨਾਮ ਹੈ। ਕਹਿਣ ਲੱਗੇ, ਰਾਜਾ ਸਰੀਰਾਂ ਦੇ ਮੇਲ ਸਦੀਵੀ ਨਹੀਂ, ਸਰੀਰ ਮਿਲਦੇ ਆ ਔਰ ਵਿਛੜਨਾ ਹੀ ਵਿਛੜਨਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਮੇਲ, ਗੁਰੂ ਨਾਨਕ ਦੇਵ ਨੇ ਉੱਥੇ ਬਾਣੀ ਦੀ ਪੋਥੀ ਦਿੱਤੀ, ਆਪਣੀ ਬਾਣੀ ਦੀ ਪੋਥੀ ਉੱਥੇ ਦੇ ਕੇ ਆਖਿਆ, ਤੁਸੀਂ ਆਹ ਬਾਣੀ ਨੂੰ ਪੜ੍ਹਿਓ, ਬਾਣੀ ਦਾ ਸਤਿਕਾਰ ਕਰਿਓ, ਬਾਣੀ ਦੀ ਪੂਜਾ ਕਰਿਓ, ਅਰਦਾਸ ਕਰਿਓ ਤੇ ਸ਼ਬਦ ਨਾਲ ਜੁੜਿਓ। ਜਿਹੜਾ ਸ਼ਬਦ ਨਾਲ ਜੁੜ ਗਿਆ, ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਨਾਲ ਜੁੜ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਆ, ਹਮਾਰੀ ਪਿਆਰੀ, ਬਾਣੀ ਦੇ ਪ੍ਰਥਾਏ ਸ਼ਬਦ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਔਰ ਨਿਮਖ ਨਾ ਮਨ ਤੇ ਟਾਰੀ। ਦੇ ਮਹਾਰਾਜ ਕਹਿੰਦੇ ਬਾਣੀ ਸਾਨੂੰ ਸਭ ਤੋਂ ਵੱਧ ਪਿਆਰੀ ਹੈ, ਇਹਦੇ ਵਿੱਚ ਅੰਮ੍ਰਿਤ ਦੀਆਂ ਧਾਰਾਂ ਨੇ। ਤੇ ਕਹਿੰਦੇ ਇੱਕ ਨਿਮਖ ਮਾਤਰ ਵੀ ਅਸੀਂ ਇਹਨੂੰ ਬਾਣੀ ਨੂੰ ਮਨੋਂ ਨਹੀਂ ਵਿਸਾਰਿਆ। ਤੇ ਸਿੱਖੋ ਤੁਸੀਂ ਵੀ ਮਨੋਂ ਨਾ ਭੁਲਾਇਓ। ਤੇ ਨਾਲ ਵਚਨ ਕੀਤਾ, ਖਿਨ ਰਾਮ ਗੁਰਗਮ। ਜਿਹੜਾ ਕੋਈ ਸਿੱਖ ਬਾਣੀ ਵਿੱਚ ਇੱਕ ਖਿਨ ਮਾਤਰ ਲਈ ਵੀ ਰਮ ਜਾਏਗਾ, ਜੁੜ ਜਾਏਗਾ, ਉਹਦੀ ਪਹੁੰਚ ਗੁਰੂ ਤੱਕ ਹੋ ਜਾਏਗੀ। ਖਿਨ ਰਾਮ ਗੁਰਗਮ, ਗਮ ਸੰਸਕ੍ਰਿਤ ਦਾ ਸ਼ਬਦ ਹੈ, ਗਮਤਾ ਭਾਵ ਪਹੁੰਚ। ਕਹਿੰਦੇ ਕੋਈ ਖਿਨ ਮਾਤਰ ਲਈ ਬਾਣੀ ਨਾਲ ਜੁੜ ਜਾਏ, ਉਹਦੀ ਮੇਰੇ ਤੱਕ ਸਿੱਧੀ ਪਹੁੰਚ। ਖਿਨ ਰਾਮ ਗੁਰਗਮ ਹਰਦਮ ਨਹਿ ਜਾ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹਰ ਵੇਲੇ ਬਾਣੀ ਨਾਲ ਜੁੜ ਗਿਆ, ਉਹਨੂੰ ਜਮਾਂ ਦਾ ਵੀ ਡਰ ਹੈ ਨਹੀਂ, ਕਿਉਂਕਿ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਲੱਜਾ ਦਾ ਅਰਥ ਹੁੰਦਾ ਸ਼ਰਮ। ਇਹਨੂੰ ਪਾਠ ਨੂੰ ਲਜਾਏ ਕਰ ਭਾਗਾ ਨਹੀਂ ਪੜ੍ਹਨਾ, ਵੀ ਜਮ ਲੈ ਕੇ ਭੱਜ ਜਾਂਦਾ ਨਾ, ਲੱਜਾਏ ਕਰ, ਸ਼ਰਮ ਕਰਕੇ ਜਮਦੂਤ ਭੱਜ ਜਾਂਦੇ। ਗੁਰੂ ਕੇ ਸਿੱਖ ਦੇ ਜਮਦੂਤ ਨੇੜੇ ਨਹੀਂ ਆ ਸਕਦੇ। ਫਿਰ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ, ਪੁਰਾਤਨ ਜਨਮ ਸਾਖੀ ਵਿੱਚ ਇਹ ਲਿਖਿਆ, ਜਦੋਂ ਜੋ ਇਤਿਹਾਸ ਵਿੱਚ ਆਉਂਦਾ ਨਾ ਕਿ ਮਹਾਰਾਜ ਨੇ ਪ੍ਰਕਰਮਾ ਕੀਤੀਆਂ, ਨਾਰੀਅਲ ਦੇ ਕੇ ਤਿਲਕ ਦਿੱਤਾ, 5 ਪੈਸੇ ਰੱਖ ਕੇ ਪ੍ਰਕਰਮਾ ਕੀਤੀ, ਉਹ ਤੇ ਹੈ ਹੀ ਹੈ। ਉਹਦੇ ਨਾਲ ਇਹ ਵੀ ਲਿਖਿਆ, ਤਬ ਗੁਰੂ ਨਾਨਕ, ਜਿਹੜੇ ਸ਼ਬਦ ਨੇ, ਗੁਰੂ ਅੰਗਦ ਕੋ ਗੁਰਬਾਣੀ ਕਾ ਖਜ਼ਾਨਾ ਸੌਂਪਾ। ਉੱਥੇ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਦੇਵ ਜੀ ਨੂੰ ਜਿੱਥੇ ਹੋਰ ਕੁਝ ਦਿੱਤਾ, ਉੱਥੇ ਆਪਣੀ ਜਿਹੜੀ ਬਾਣੀ ਸੀ, ਗੁਰਬਾਣੀ ਦਾ ਖਜ਼ਾਨਾ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਆਪ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਲੈਣੇ ਤੋਂ ਅੰਗਦ ਬਣਾ ਕੇ ਆਪਣੀ ਥਾਂ ਬਿਠਾ ਗਏ ਸਨ। ਔਰ ਬਚਨ ਕਰ ਗਏ ਸਨ, ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਹੈ। ਬਾਬੇ ਨੂੰ ਨਾ ਲੋਗੋ ਮੜੀਆਂ 'ਚ ਲੱਭਿਓ, ਨਾ ਗੋਰਾਂ ਸਮਾਧਾਂ 'ਚ ਲੱਭਿਓ। ਗੁਰੂ ਬਾਬਾ ਗੁਰੂ ਅੰਗਦ ਦੇ ਹਿਰਦੇ ਦੇ ਵਿੱਚ ਸ਼ਬਦ ਰੂਪ ਵਿੱਚ ਪ੍ਰਕਾਸ਼ ਕਰ ਰਿਹਾ ਹੈ। ਯਾਨੀ ਕਹਿਣ ਦਾ ਭਾਵ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੀ ਸ਼ਬਦ ਦੀ ਨੀਂਹ ਰੱਖ ਕੇ ਚਲੇ ਗਏ ਸਨ। ਭਾਈ ਗੁਰਦਾਸ ਨੇ ਲਿਖਿਆ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾਂ ਨਾਲ ਚਰਚਾ ਹੋਈ, ਉਹਨਾਂ ਨੇ ਆਖਿਆ ਕਿ ਕੋਈ ਕਰਾਮਾਤ ਦਿਖਾ ਦਿਓ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੀਆਂ ਸਵਾਲਾਂ ਦੇ ਜਵਾਬ ਦਿੱਤੇ, ਉਹਨਾਂ ਦੀ ਸਿੱਧ ਮੰਡਲੀ ਨੂੰ ਜਿੱਤਿਆ। ਕਾਹਦੇ ਨਾਲ ਜਿੱਤਿਆ? ਗੁਰਬਾਣੀ ਨਾਲ। ਭਾਈ ਗੁਰਦਾਸ ਨੇ ਲਿਖਿਆ, ਸ਼ਬਦ ਜਿੱਤੀ
सिद्ध मंडल की तो से अपना पंथ निराला। गुरु बाबा जी ने गुरबाणी के शब्द नाल जो सिद्धां नाल चर्चा हुई गुरु ग्रंथ साहिब विच दर्ज है, सिद्ध गोष्ठ नां दी बाणी है। सिद्धां नूं गुरु नानक ने सीधे राह ते पाया, गुरबाणी नाल शब्द नाल पाया। गुरबाणी विच ही सारियां ताकतां, सारियां करामातां सब कुछ है। गुरु नानक गुरु अंगद देव जी नूं गुरबाणी दे गए, उही बाणी दा प्रचार गुरु अंगद देव सारा जीवन करते रहे। गुरु नानक देव महाराज जी ने जो 974 शब्द उचारे 17 रागां विच, अगे 62 श्लोक गुरु अंगद देव जी ने उचारण किए ते संगतां नूं गुरमत गुरबाणी नाल जोड़िया। फिर गुरु अमरदास महाराज सच्चे पातशाह गुरबाणी आप भी पढ़ते सन अते सिखां नूं बाणी नाल जोड़ते सन। गुरु अमरदास जी की बाणी पढ़ते ना तुसीं, आवो सिख सतगुरु के प्यारिओ गावो सच्ची बाणी। बाणी तां गावो गुरु केरी, बाणिया सिर बाणी जिन को नदर कर्म होवै हिरदै तिन्ना समा। नदर कर्म दोवें शब्द, नदरो कर्म फारसी च शब्द बन जाता है। कहते मेहर की नज़र जी ते हुंदी उहदे हिरदे च बाणी वसदी। ते गुरु रामदास महाराज ते बाणी दे विच लिखे गए आ शब्द जिहड़ा पढ़दे, बाणी गुरु गुरु है बाणी बिच बाणी अमृत सारे। गुरबाणी कहै सेवक जन मानै, प्रतख गुरु निस्तारे। ये गुरु रामदास महाराज की बाणी का शब्द है। फिर जिस वेले गुरु अर्जन देव जी गुरियाई गद्दी ते बैठे, धन गुरु अर्जन देव महाराज कितना अदब गुरबाणी का करते सन। वो तो तुसी इतिहास पढ़ते सुनते, आप बाणी सुनते, आप बाणी पढ़ते अदब नाल। ते जिस वेले गुरु अर्जन देव जी नूं सिखां वल्लों बेनती की गई, महाराज गुरविलास बंसावली नामे विच केसर सिंह छिब्बर लिखते हैं साडे, कहंदे मीणे बाणी विच पाउंदे ने रला। महाराज जी ਜਿਹੜੇ ਮੀਣੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਲਾ ਪਾਉਂਦੇ ਆ, ਜਾਣੀ ਗੁਰਬਾਣੀ ਦੇ ਵਿੱਚ ਮਿਕਸ ਕਰਕੇ ਸ਼ਬਦ ਲਿਖਦੇ ਆ। ਲਿਖਦੇ ਕਿਵੇਂ ਆ? ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਸੀ ਜਿਹਦਾ ਨਾਮ ਮਿਹਰਵਾਨ ਸੀ, ਮਿਹਰਵਾਨ ਦਾ ਅੱਗੇ ਪੁੱਤਰ ਸੀ ਹਰਜੀ ਜੀ ਦਾ ਨਾਂ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਗਏ ਸੀ ਉਦੋਂ ਉਹਦੇ ਮਸੰਦਾਂ ਦਾ ਉੱਥੇ ਕਬਜ਼ਾ ਸੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਦਰਵਾਜ਼ੇ ਦਰਸ਼ਨੀ ਦੇ ਡਿਊਟੀ ਦੇ ਬੰਦ ਕਰ ਲਏ ਸਨ। ਉਹਨਾਂ ਦਾ ਪ੍ਰਬੰਧ ਸੀ ਉਸ ਵੇਲੇ। ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਗੁਰਬਾਣੀ ਲਿਖਣ ਲੱਗ ਪਿਆ ਸੀ। ਗੁਰਬਾਣੀ ਕੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ ਕਹਿ ਕੇ ਗੁਰੂ ਜੀ ਨੇ ਰੱਦ ਕੀਤੀ। ਪਰ ਉਹ ਕੀ ਕਰਦਾ ਸੀ? ਕਵਿਤਾ ਕਿਤੋਂ ਸਿੱਖ ਕੇ ਆ ਗਿਆ। ਬੰਸਾਵਲੀ ਨਾਮੇ 'ਚ ਕੇਸਰ ਸਿੰਘ ਛਿੱਬਰ ਲਿਖਦੇ ਆ, ਕਵਿਤਾ ਬਣਾ ਕੇ ਲਿਖ ਦਿੰਦਾ ਤੇ ਪਿੱਛੇ ਭੋਗ ਦੇ ਉੱਤੇ ਸ਼ਬਦ ਦੀ ਸਮਾਪਤੀ ਤੇ ਨਾਨਕ ਨਾਮ ਲਿਖ ਦਿੰਦਾ ਸੀ। ਐ ਮਿਕਸ ਜੀ ਕਰਕੇ ਉੱਦਾਂ ਦੇ ਸ਼ਬਦ, ਉੱਦਾਂ ਦੇ ਪੁਰਾਤਨ ਸ਼ਬਦ ਬਦਲ ਕੇ ਵਿੱਚ ਪਾਉਣ ਲੱਗ ਪਿਆ। ਇੱਕ ਵਾਰ ਤੇ ਐਸਾ ਹੋਇਆ, ਇੱਕ ਸਿੱਖ ਨੇ ਪਿਆਰ ਵਾਲੇ ਭਾਵਨਾ ਵਾਲੇ ਨੇ ਬਾਣੀ ਪੜ੍ਹੀ, ਕੀਰਤਨ ਕੀਤਾ ਤੇ ਜਦੋਂ ਕੀਰਤਨ ਕੀਤਾ ਉਹ ਕੱਚੀ ਬਾਣੀ ਦਾ ਸ਼ਬਦ ਕਿਤੇ ਪੜ੍ਹਿਆ ਗਿਆ, ਕਿਉਂਕਿ ਨਾ ਪਤਾ ਨਹੀਂ ਸੀ ਲੱਗਦਾ। ਬਹੁਤ ਸਾਰੀ ਬਾਣੀ ਕੱਚੀ ਬਾਣੀ ਅੱਜ ਵੀ ਮਿਲਦੀ। ਤੁਸੀਂ ਆਮ ਸ਼ਬਦ ਸੁਣਿਆ ਕਿ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤੇ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ ਸ਼ਬਦ, ਇਹ ਗੁਰਬਾਣੀ ਦਾ ਹੈ ਨਹੀਂ। ਹੋਰ ਕਈ ਸਾਰੇ ਸ਼ਬਦ ਹੈ ਆਮ ਮਸ਼ਹੂਰ ਨੇ। ਤੇ ਗੁਰੂ ਸਾਹਿਬ ਮਹਾਰਾਜ ਸਾਹਿਬ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਵੀ ਕੱਚੀ ਬਾਣੀ ਸਿੱਖਾਂ ਵਿੱਚ ਪ੍ਰਚਲਿਤ ਕੀਤੀ ਜਾ ਰਹੀ, ਸਿੱਖਾਂ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਜੀ ਇਉਂ ਤਾਂ ਇਹਨਾਂ ਨੇ ਸਿੱਖ ਬਹੁਤ ਸਾਰਾ ਰਲਾ ਕਰ ਦੇਣਾ, ਸਿੱਖਾਂ ਨੂੰ ਪਤਾ ਕਿਵੇਂ ਲੱਗੇਗਾ ਅਸਲੀ ਬਾਣੀ ਕੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉਸ ਸਮੇਂ ਯਤਨ ਕੀਤਾ ਬਹੁਤ ਵੱਡਾ। ਕੋਈ ਚੁਟਕੀ ਨਾਲ ਕੰਮ ਨਹੀਂ ਹੋਇਆ ਇਹ, ਜੇ ਆਪਾਂ ਆਖੀਏ ਵੀ ਉੱਦਾਂ ਹੀ ਕੰਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੀੜ ਵੱਧੀ, ਸਮਝੋ ਆਪਣਾ ਸ਼ਬਦ ਹੈ ਬੀੜ ਵੱਧਣੀ। ਹੁਣ ਨਿਕਲਿਆ ਸ਼ਬਦ ਵਿੱਚੋਂ ਸੰਪਾਦਨਾ ਹੋਣੀ, ਇਹ ਚੀਜ਼ਾਂ ਦਾ ਬਹੁਤ ਫਰਕ ਹੈ। ਇਹ ਟੈਕਨੀਕਲ ਪੁਆਇੰਟ ਆ ਸਮਝਣ ਵਾਲੇ। ਅਸੀਂ ਅੱਜ ਗੁਰਤਾ ਗੱਦੀ ਲੈ ਆਏ, ਅਸਲ ਹੈ ਗੁਰਿਆਈ। ਗੁਰਿਆਈ ਸ਼ਬਦ ਹੈ ਜਿਹੜਾ ਕੰਟੀਨਿਊਟੀ ਹੈ ਉਹਦੇ ਵਿੱਚ, ਵੀ ਉਹ
ਇੱਕ ਚੀਜ਼ ਹੈ, ਉਹ ਚੱਲ ਰਹੀ ਹੈ, ਗੁਰਿਆਈ ਹੈ ਜਿਹੜੀ। ਗੁਰਤਾ ਗੱਦੀ ਜਿਹੜੀ ਸਪੇਸ ਭਾਲਦੀ ਹੈ, ਗੱਦੀ ਇੱਕ ਬੈਠ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ। ਸਾਡੇ ਵਿੱਚ ਸਰੀਰ ਦੀ ਮਾਨਤਾ ਨਹੀਂ, ਸਾਡੇ ਵਿੱਚ ਜੋ ਤੋਹਾ ਜੁਗਤ ਸਾਇਆ ਹੈ, ਗੁਰਿਆਈ ਹੈ। ਕਈ ਵਾਰੀ ਅਸੀਂ ਉਹ ਨਵੇਂ ਸ਼ਬਦ ਆ ਜਾਂਦੇ ਆ ਅਤੇ ਸਾਡੀਆਂ ਚੀਜ਼ਾਂ ਵਿੱਚੋਂ ਮਨਫੀ ਹੋ ਜਾਂਦੀਆਂ ਨੇ। ਥੋੜ੍ਹੇ ਥੋੜ੍ਹੇ ਫਰਕਾਂ ਨਾਲ ਉਹਨਾਂ ਦਾ ਬੜਾ ਵੱਡਾ ਫਰਕ ਹੁੰਦਾ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਗੱਲ, ਤੁਹਾਨੂੰ ਤੁਸੀਂ ਹੈਰਾਨ ਰਹਿ ਜਾਓਗੇ, 2 ਤੋਂ 2.5 ਸਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਲੱਗੇ ਆ। ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਲਾਈ ਗਈ। ਭਾਈ ਗੁਰਦਾਸ ਜੀ ਜੋ ਗੁਰੂ ਘਰ ਦੇ ਬਹੁਤ ਵੱਡੇ ਵਿਦਵਾਨ ਸਨ, ਪੰਥਕ ਸਫਾ ਦੇ ਅੰਦਰ ਪੰਥਕ ਵਿਦਵਾਨ, ਗੁਰੂ ਘਰ ਦੇ ਵੇਦ ਵਿਆਸ ਦਾ ਦਰਜਾ ਉਹਨਾਂ ਨੂੰ ਦਿੰਦੇ ਆ। ਜਿਹਨੀ ਵੇਦ ਵਿਆਸ ਉਹ ਮੰਨੇ ਜਾਂਦੇ ਜਿਨ੍ਹਾਂ ਨੇ ਵੇਦ ਲਿਖੇ ਸਨ। ਰਿਸ਼ੀ ਵਿਆਸ ਜੀ ਜਿਹੜੇ ਵੇਦ ਗੁਰਬਾਣੀ ਵਿੱਚ ਹਵਾਲੇ ਮਿਲਦੇ ਵੀ ਉਚਾਰਨ ਤਾਂ ਬ੍ਰਹਮਾ ਤੋਂ ਹੋਏ, ਉਦੋਂ ਦੇ ਚੱਲੇ ਆਉਂਦੇ ਆ, ਹੋਰ ਰਿਸ਼ੀਆਂ ਦੇ ਲਿਖੇ ਉਹਨਾਂ ਨੇ। ਭਾਈ ਗੁਰਦਾਸ ਜੀ ਜਿਹੜੇ ਬਹੁਤ ਵੱਡੇ ਪਰਉਪਕਾਰੀ ਔਰ ਵੱਡੇ ਵੱਡੇ ਵਿਦਵਾਨ ਸਨ, ਉਹਨਾਂ ਦੇ ਕਿਤੇ ਇਤਿਹਾਸ ਪੜ੍ਹਿਆ ਜਾਵੇ, ਗੁਰਪ੍ਰਤਾਪ ਵਿੱਚ ਕਈ ਅਧਿਆਏ ਮਿਲਦੇ ਆ। ਜਦੋਂ ਕਾਸ਼ੀ ਵਿੱਚ ਗਏ ਆ ਨਾ, ਉਹ ਕਾਸ਼ੀ ਵਿੱਚ ਜਾ ਕੇ ਉੱਥੇ ਬ੍ਰਾਹਮਣਾਂ ਨਾਲ ਬੜੀ ਵੱਡੀ ਚਰਚਾ ਹੋਈ ਆ ਉਹਨਾਂ ਦੀ। ਸੰਸਕ੍ਰਿਤ ਵਿੱਚੋਂ ਕਈ ਅਧਿਆਏ ਆਉਂਦੇ ਆ। ਵਿਦਵਾਨਾਂ ਨੇ, ਪੰਡਤਾਂ ਨੇ ਉਹਨਾਂ ਨੂੰ ਸਵਾਲ ਕੀਤੇ, ਵਾਹਿਗੁਰੂ ਗੁਰਮੰਤਰ ਦੀ ਮਹਾਨਤਾ, ਦੂਜੇ ਮੰਤਰਾਂ ਨਾਲੋਂ, ਦੂਜੇ ਮੱਤਾਂ ਨਾਲੋਂ ਗੁਰਮਤਿ ਦੀ ਵਿਸ਼ੇਸ਼ਤਾ, ਗੁਰਬਾਣੀ ਕਿਉਂ ਉਚਾਰਨ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਬੱਧਣ ਦੀ ਕੀ ਲੋੜ ਸੀ ਜੇ 4 ਵੇਦ ਪਹਿਲਾਂ ਸਨ। ਇਹ ਸਾਰੇ ਸਵਾਲਾਂ ਦੇ ਉੱਤਰ ਭਾਈ ਗੁਰਦਾਸ ਨੇ ਦਿੱਤੇ ਆ। ਉਹ ਪੂਰੇ ਦਾ ਪੂਰਾ, ਜਿਹਨੂੰ ਅੱਜ ਸਾਡੇ ਵਿੱਚ ਇੱਕ ਲੌਬੀ ਇੱਦਾਂ ਦੀ ਪੈਦਾ ਹੋ ਗਈ ਜਿਹੜੀ ਸੂਰਜ ਪ੍ਰਕਾਸ਼ ਨੂੰ ਭੰਡਣ ਦੇ ਲੱਗੀ ਹੋਈ ਹੈ ਸਾਡੇ ਗ੍ਰੰਥ, ਪਰ ਕਿਤੇ ਕਾਰਨ ਇਹ ਆ ਵੀ ਪੜ੍ਹਦੇ ਨਹੀਂ। ਸ਼੍ਰੋਮਣੀ ਗੁਰਦੁਆਰਾ ਮੈਂਬਰ ਸਾਹਿਬ ਬੈਠਿਆ ਸਾਡੇ ਸਤਿਕਾਰਯੋਗ, ਬਹੁਤ ਵੱਡਾ ਸੁਚੱਜਾ ਪ੍ਰਬੰਧ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜੋ ਸੂਰਜ ਪ੍ਰਕਾਸ਼ ਦਾ ਸਟੀਕ ਸ਼ੁਰੂ ਕਰਵਾਇਆ ਸੀ। ਸਾਡੇ ਮੇਨ ਬੈਠੇ ਉਹਦੀ 10ਵੇਂ ਪਾਤਸ਼ਾਹ ਦਾ ਰਹਿ ਗਿਆ ਮੈਂਬਰ ਸਾਹਿਬ ਇਤਿਹਾਸ ਜਿਹੜਾ ਸਟੀਕ ਹੋਣ ਵਾਲਾ, ਉਹ ਵੀ ਆਪ ਜੀ ਜ਼ਰੂਰ ਇਹਦੇ ਉੱਤੇ ਯਤਨ ਕਰਕੇ ਇਹਦੇ ਉੱਤੇ ਮੀਟਿੰਗ ਵਿੱਚ ਗੱਲ ਕਰੋ ਵੀ ਉਹ 10ਵੇਂ ਪਾਤਸ਼ਾਹ ਦਾ ਇਤਿਹਾਸ ਰਹਿੰਦਾ, ਉਹਦਾ ਵੀ ਸੂਰਜ ਪ੍ਰਕਾਸ਼ ਦਾ ਟੀਕਾ ਸ਼੍ਰੋਮਣੀ ਕਮੇਟੀ ਕਰ ਦੇਵੇ। 9ਵੇਂ ਪਾਤਸ਼ਾਹ ਤੱਕ ਬਿਲਕੁਲ ਹੋ ਗਿਆ, 10ਵੇਂ ਪਾਤਸ਼ਾਹ ਦਾ ਬਾਲ ਬਚਪਨ ਵੀ ਉਹਦੇ ਵਿੱਚ ਆ ਗਿਆ, ਰੋ ਵਿੱਚ ਆ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਸੱਦ ਕੇ ਫਿਰ ਨਾਲ ਲਾ ਕੇ ਉਹਨਾਂ ਨੂੰ, ਜਿੱਥੇ ਰਾਮਸਰ ਵਾਲੀ ਪਾਵਨ ਅਸਥਾਨ ਹੈ ਜਗ੍ਹਾ, ਉਸ ਜਗ੍ਹਾ ਇੱਕ ਸੋਹਣੀ ਸੁੰਦਰ ਜਗ੍ਹਾ ਦੇ ਉੱਤੇ ਨਵੇਕਲਾ ਇੱਕ ਵੱਖਰਾ ਪ੍ਰਬੰਧ ਕਰਾ ਕੇ ਤੰਬੂ ਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਣੀ ਲਿਖਦੇ ਬੋਲਦੇ ਰਹਿੰਦੇ ਸਨ ਅਤੇ ਭਾਈ ਗੁਰਦਾਸ ਜੀ ਲਿਖਦੇ ਸਨ। ਅਤੇ ਜਿੱਥੇ ਕਿਤੇ ਵੀ ਬਾਣੀ, ਜਿੱਥੇ ਕਿਤੇ ਵੀ ਸੀ, ਗੁਰੂ ਜੀ ਨੇ ਉੱਥੋਂ ਬਾਣੀ ਮੰਗਵਾਈ, ਬਾਕਾਇਦਾ ਖਰਚਾ ਦੇ ਕੇ ਸਿੱਖ ਭੇਜੇ। ਜਿੱਥੋਂ ਕਿਤੋਂ ਵੀ ਬਾਣੀ ਦੀਆਂ ਪੋਥੀਆਂ ਇਕੱਠੀਆਂ ਹੋਈਆਂ। ਕੁਝ ਪੋਥੀਆਂ ਐਸੀਆਂ ਵੀ ਆਈਆਂ, ਜਿਵੇਂ ਸੰਗਲਾਦੀਪ 'ਚੋਂ ਇੱਕ ਪੋਥੀ ਆਈ ਜਿਹਨੂੰ ਪ੍ਰਾਣ ਸੰਗਲੀ ਕਿਹਾ ਜਾਂਦਾ, ਅੱਜ ਵੀ ਮਿਲਦੀ ਹੈ। ਗੁਰੂ ਅਰਜਨ ਦੇਵ ਜੀ ਨੇ ਉਹ ਪ੍ਰਵਾਨ ਨਹੀਂ ਕੀਤੀ ਵੀ ਇਹ ਗੁਰੂ ਨਾਨਕ ਦੀ ਬਾਣੀ ਨਹੀਂ, ਉਹਨੂੰ ਗੁਰਮਤਿ ਵਿੱਚ ਥਾਂ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ। ਅਤੇ ਜਿੱਥੋਂ ਬਾਣੀ ਆਈ ਉਹ ਸਾਰੀ ਬਾਣੀ ਆਪ ਵੀ ਜਾ ਕੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਅੰਸ਼ ਵੰਸ਼ ਕੋਲ, ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਕੋਲ ਬਾਣੀ ਦੀਆਂ ਪੋਥੀਆਂ ਸਨ। ਉਹ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਬਾਣੀ ਆਈ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਕੋਲ ਬਾਣੀ ਸੀ ਜਿਹੜੀ, ਉਹ ਬਾਣੀ ਦੀਆਂ ਪੋਥੀਆਂ ਜਿਹੜੀਆਂ ਸਨ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਲੈ ਕੇ ਆਏ ਸਤਿਕਾਰ ਨਾਲ। ਨਾ ਭਾਈ ਗੁਰਦਾਸ ਨੂੰ, ਨਾ ਬਾਬਾ ਬੁੱਢਾ ਜੀ ਨੂੰ ਨਾ ਦਿੱਤੀਆਂ, ਗੁਰੂ ਅਰਜਨ ਦੇਵ ਜੀ ਨੇ ਲਿਆ ਕੇ ਫਿਰ ਉਹ ਬਾਣੀ ਕੱਲੀ ਕੱਲੀ ਇੱਕ ਓਂਕਾਰ ਤੋਂ ਲੈ ਕੇ ਸਾਰੀ ਬਾਣੀ ਆਪ ਮਹਾਰਾਜ ਨੇ ਪਹਿਲਾਂ ਉਚਾਰਦੇ ਔਰ ਭਾਈ ਗੁਰਦਾਸ ਜੀ ਲਿਖੀ ਜਾਂਦੇ। ਇਉਂ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਬਹੁਤ ਵੱਡਾ ਪੀੜ ਆਪਣੇ ਸਮੇਂ ਦਾ ਸੰਗਤ ਨਾਲ ਮਿਲਣ ਦਾ ਕੰਮ ਭਾਈ ਬਾਬਾ ਬੁੱਢਾ ਜੀ ਦਾ। ਤੁਸੀਂ ਸਮਝਦੇ ਕਿ ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਦੇ ਵਿੱਚੋਂ ਜਿਹੜੀ 22 ਸਾਲ ਗੁਰੂ ਅਰਜਨ ਦੇਵ ਗੁਰਿਆਈ ਗੱਦੀ 'ਤੇ ਰਹੇ, ਉਹਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਨੇ 2 ਤੋਂ ਵੱਧ 2.5 ਤੋਂ ਥੋੜ੍ਹੇ ਜਿਹੇ ਥੱਲੇ ਜਣੀ ਇੰਨਾ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜਣੀ ਇੱਕ ਓਂਕਾਰ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਦੇ ਵਿੱਚ ਨਹੀਂ ਸੀ, ਜਿਹਨੂੰ ਕਰਤਾਰਪੁਰੀ ਬੀੜ ਅਸੀਂ ਕਹਿੰਦੇ।
ਕਹਿੰਦੇ ਆ। ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਉਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 3 ਪੁਰਬ ਮਨਾਉਂਦੇ ਹਾਂ। ਇੱਕ ਪਹਿਲਾ ਪ੍ਰਕਾਸ਼ ਪੁਰਬ ਜੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਬਾਬਾ ਬੁੱਢਾ ਜੀ ਤੋਂ ਪ੍ਰਕਾਸ਼ ਕਰਵਾਇਆ। ਇੱਕ ਜੋ ਦੁਬਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਾਇਆ, ਸੰਪੂਰਨਤਾ ਦਿਵਸ ਜਿਹਨੂੰ ਕਹਿੰਦੇ ਆਪਾਂ, ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹ ਮਨਾਇਆ ਜਾਂਦਾ। ਤੀਜਾ ਗੁਰਿਆਈ ਗੱਦੀ ਦਿਵਸ, ਜਿਹਨੂੰ ਗੁਰਿਆਈ ਦਿਵਸ ਆਪਾਂ ਅਸਲ ਰੂਪ ਵਿੱਚ ਕਹਿੰਦੇ ਹਾਂ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਹਜ਼ੂਰ ਸਾਹਿਬ ਨੰਦੇੜ 1708 ਵਿੱਚ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਇਹ ਅੱਜ ਅਸੀਂ ਜਿਹੜੀ ਗੱਲ ਕਰ ਰਹੇ, ਪਹਿਲੇ ਉਹ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਫਿਰ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੀੜ ਬੱਧੀ ਲਿਖਵਾਈ ਔਰ ਭਾਈ ਬੰਨੋ ਨੂੰ ਵਿਸ਼ੇਸ਼ ਤੌਰ 'ਤੇ ਬੀੜ ਦੇ ਕੇ ਜੋ ਇਤਿਹਾਸ ਵਿੱਚ ਲਿਖਿਆ ਮਿਲਦਾ, ਉਹਦੀ ਜਿਹੜੀ ਪੂਰੀ ਦੀ ਪੂਰੀ ਜਿਲਦ ਬਣਾਉਣ ਲਈ ਭੇਜਿਆ। ਅਤੇ ਫਿਰ ਉਹ ਦਿਨ ਵੀ ਆਇਆ, ਸਿੱਖਾਂ ਨਾਲ ਸਲਾਹ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ। ਤਿਆਰੀ ਹੋ ਗਈ ਮੁਕੰਮਲ। ਹੁਣ ਤਾਂ ਇਹ ਬਹੁਤ ਲੰਮਾ ਚੌੜਾ ਇਤਿਹਾਸ ਹੈ, ਕਈ ਦਿਨ ਸੂਰਜ ਪ੍ਰਕਾਸ਼ ਵਿੱਚ ਤੇ ਕਈ ਦਿਨ ਲੱਗਦੇ ਆ ਇਹਦੇ ਉੱਤੇ। ਇਸ ਗੱਲ ਨੂੰ ਕਲੀਅਰ ਇਕੱਲੇ ਇਕੱਲੇ ਪੁਆਇੰਟ ਦੇ ਉੱਤੇ ਗੱਲ ਕੀਤੀ ਗਈ। ਪਰ ਜਿਸ ਵੇਲੇ ਪੁੱਛਿਆ ਗਿਆ ਪ੍ਰਕਾਸ਼ ਕੀਤਾ ਕਿੱਥੇ ਕੀਤਾ ਜਾਏ, ਤੇ ਸੰਗਤਾਂ ਨੇ, ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਆਖਿਆ ਜੀ ਤੁਹਾਡੇ ਤੋਂ ਵੱਧ ਕੇ ਸਾਡੇ ਕੌਣ ਦੱਸ ਸਕਦਾ, ਤੁਸੀਂ ਦੱਸੋ। ਤੇ ਗੁਰੂ ਜੀ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਪਵਿੱਤਰ ਜਗ੍ਹਾ ਕਿਹੜੀ ਹੈ? ਉਹ ਹੈ ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੁੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਤੇ ਸਭ ਤੋਂ ਅਹਿਲੇ ਸਥਾਨ, ਸਭ ਤੋਂ ਵਧੀਆ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਹੈ। ਤੇ ਸਭ ਤੋਂ ਪਵਿੱਤਰ ਅਗਰ ਕੋਈ ਗ੍ਰੰਥ ਹੈ ਤੇ ਗੁਰੂ ਗ੍ਰੰਥ ਸਾਹਿਬ ਹੈ। ਪਵਿੱਤਰ ਥਾਂ ਤੇ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਹੋਵੇ ਤੇ ਹਰਿਮੰਦਰ ਸਾਹਿਬ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕਰਕੇ ਕਿ ਇੱਥੇ ਪੂਰੀ ਤਿਆਰੀ ਕਰਾਓ, ਇੱਥੇ ਆਪਾਂ ਪ੍ਰਕਾਸ਼ ਕਰਾਂਗੇ। ਤੇ 1504 ਦੇ ਅੰਦਰ ਫਿਰ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕਰਵਾ ਕੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੈ ਸਭ ਪੰਥ ਹੁਕਮ ਆਇਆ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਹੁਕਮ ਲਿਆ ਔਰ ਸਾਰੀ ਸੰਗਤ ਨੂੰ ਨਮਸਕਾਰ ਕਰਨ ਲਈ ਆਖਿਆ। ਪੋਥੀ ਨੂੰ ਪਰਮੇਸ਼ਰ ਦਾ ਥਾਨ ਦਿੱਤਾ, ਦਰਜਾ ਦਿੱਤਾ। ਔਰ ਸ਼ਾਮਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੁਖਾਸਨ ਵੀ ਕਰਨਾ ਹੈ। ਸੁਖਾਸਨ ਕਿਵੇਂ ਕਰਨਾ, ਕਿੱਥੇ ਕਰਨਾ ਹੈ? ਕਹਿੰਦੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਿੱਥੇ ਅਸੀਂ ਦਰਸ਼ਨ ਕਰਦੇ ਹਾਂ ਸਾਹਮਣੇ, ਜਦੋਂ ਮੱਥਾ ਟੇਕਦੇ ਹਾਂ ਇਮਲੀ ਵਾਲੇ ਦਰਖਤ ਉੱਤੇ ਨੂੰ ਚੜ੍ਹ ਕੇ ਆਪਾਂ ਜਾਂਦੇ ਹਾਂ, ਕੋਠਾ ਸਾਹਿਬ ਹੈ ਕਿ ਜਿੱਥੇ ਸੰਗਤ ਮੱਥਾ ਟੇਕਦੀ, ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠ ਕੇ ਸਿਮਰਨ ਭਜਨ ਕਰਿਆ ਕਰਦੇ ਸਨ। ਨਿਵੇਕਲਾ ਸਥਾਨ ਸੀ, ਕੋਠਾ ਬਣਾਇਆ ਹੋਇਆ ਸੀ। ਮਹਾਰਾਜ ਕਹਿੰਦੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੋਵੇ ਤੇ ਉੱਚੀ ਜਗ੍ਹਾ ਮਹਾਰਾਜ ਦੇ ਲਈ ਪਲੰਗ ਤਿਆਰ ਕਰਵਾਇਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਉੱਥੇ ਹੋਇਆ। ਤੇ ਪੁੱਛਿਆ ਮਹਾਰਾਜ ਤੁਹਾਡਾ ਫਿਰ ਬੈਠਣ ਦੇ ਲਈ? ਮਹਾਰਾਜ ਕਹਿੰਦੇ ਮੇਰੀ ਜਿਹੜੀ ਚਾਦਰ ਹੈ ਮਹਾਰਾਜ ਦੇ ਥੱਲੜੇ ਪਾਸੇ ਵਿਛਾ ਦਿਓ। ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਮਹਾਰਾਜ ਦਾ ਸਰੂਪ ਉੱਤੇ ਹੋਏਗਾ, ਅਸੀਂ ਥੱਲੇ ਬਹਿ ਕੇ ਸਿਮਰਨ ਕਰਿਆ ਕਰਾਂਗੇ। ਤੇ ਅੱਜ ਵੀ ਉਸ ਚੀਜ਼ ਨੂੰ ਯਾਦ ਕਰਦੇ ਹਾਂ, ਪ੍ਰਤੀਕ ਮਾਤਰ। ਅੱਜ ਵੀ ਜਦੋਂ ਜਾਈਦਾ ਉੱਥੇ ਪਲੰਗ ਦੇ ਥੱਲੇ ਚਾਦਰ ਵਿਛਾਈ ਜਾਂਦੀ ਕੋਠਾ ਸਾਹਿਬ, ਉਹ ਦੱਸਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਪ੍ਰਕਾਸ਼ ਸੁਖਾਸਨ ਸਨ ਤੇ ਗੁਰੂ ਅਰਜਨ ਦੇਵ ਜੀ ਗੁਰਬਾਣੀ ਮਹਾਰਾਜ ਦਾ ਸਤਿਕਾਰ ਇੰਨਾ ਕਰਦੇ ਸਨ, ਥੱਲੇ ਭੁੰਜੇ ਬੈਠਿਆ ਕਰਦੇ ਸਨ। ਤੇ ਇਉਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ। ਫਿਰ ਇੱਥੇ ਗੱਲ ਨਹੀਂ, ਕਈ ਬੰਦਿਆਂ ਦਾ ਇਹ ਵੀ ਸਵਾਲ ਹੁੰਦਾ ਛੇਵੇਂ ਪਾਤਸ਼ਾਹ ਨੇ ਬਾਣੀ ਕਿਉਂ ਨਹੀਂ ਲਿਖੀ ਜੀ, ਸੱਤਵੇਂ ਪਾਤਸ਼ਾਹ ਨੇ ਕਿਉਂ ਨਹੀਂ ਲਿਖੀ, ਅੱਠਵੀਂ ਨੇ ਕਿਉਂ ਨਹੀਂ ਲਿਖੀ? ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਵੱਡੀ ਮਹਾਨਤਾ ਹੈ। ਕਿਉਂਕਿ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਆਪਣੀ ਜਿਹੜੀ ਬਾਣੀ ਲਿਖਦਾ ਸੀ ਉੱਤੇ ਮੋਹਰ ਲਾਉਂਦਾ ਸੀ ਮਹੱਲਾ 6ਵਾਂ। ਉਹਦਾ ਬਹੁਤ ਵੱਡਾ ਗ੍ਰੰਥ ਹੀ ਮਿਲਦਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਦੀ ਪੋਥੀ, ਜਿੱਥੇ ਇਤਿਹਾਸ ਦੀ ਮਿਲਦੀ ਉੱਥੇ। ਜਦੋਂ ਛੇਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ, ਉਹਦੀ ਸਾਰੀ ਦੀ ਸਾਰੀ ਬਾਣੀ ਰੱਦ ਹੋ ਗਈ। ਜਿੱਥੇ ਕਿਤੇ ਅੱਜ ਸਿੱਖ ਨੂੰ ਕੋਈ ਮਹੱਲਾ 6ਵਾਂ ਦੇ ਨਾਂ ਦੀ ਕੋਈ ਸ਼ਬਦ ਮਿਲੇ, ਆਪਾਂ ਉਹਦੀ ਨਹੀਂ ਸਮਝ ਜਾਂਦੇ ਵੀ ਇਹ ਗੁਰੂ ਦੀ ਬਾਣੀ ਹੈ।
ਇੱਕ ਵੀ ਸ਼ਬਦ ਮਹਾਰਾਜ, ਕਿਉਂਕਿ ਰੂਪ ਤੇ ਉਹੀ ਹੈ। ਫਿਰ ਉਹਦਾ ਪੁੱਤ ਹਰਜੀ ਉਚਾਰਨ ਲੱਗ ਪਿਆ, ਸੱਤਵਾਂ ਮਹੱਲਾ। ਉਹ ਤਾਂ ਉੱਦਾਂ ਹੀ ਗੱਦੀ ਚਲਾਉਂਦੇ ਰਹੇ। ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਉਚਾਰਨ ਕੀਤੀ। ਜੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ, ਫਿਰ ਸਾਰੀ ਦੀ ਸਾਰੀ ਬਾਣੀ ਦੀ ਬੀੜ ਦੇ ਵਿੱਚ ਉਹ ਬਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਉਸੇ ਤਰੀਕੇ ਲਿਖਵਾਈ ਗਈ, ਤਰੀਕੇ ਦੇ ਨਾਲ। ਇੱਕ ਰਾਗ ਜੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੀ, ਉਹਦੇ ਵਿੱਚ 30 ਰਾਗ ਸਨ। ਸ਼੍ਰੀ ਰਾਗ ਮਾਝ ਗੌੜੀ, ਆਸਾ, ਗੁਜਰੀ, ਗੰਧਾਰੀ, ਬਿਹਾਗੜਾ, ਬਡਹੰਸ, ਸੋਠ, ਧਨਾਸਰੀ, ਜੈਸਰੀ, ਟੋਡੀ, ਬਰਾੜੀ, ਤਲੰਗ, ਸੂਹੀ। ਲਾਸਟ ਦੇ ਵਿੱਚ ਜਿਹੜਾ ਜੈਜਾਵੰਤੀ ਆਉਂਦਾ, ਉਦੋਂ ਪਹਿਲਾਂ ਪ੍ਰਭਾਤੀ ਤੱਕ ਸੀ, 30ਵਾਂ ਰਾਗ ਸੀ। ਫਿਰ ਇੱਕ ਰਾਗ ਪ੍ਰਭਾਤੀ, ਉਹ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿੱਚ ਉਹਦੇ ਵਿੱਚ ਇਹਨੂੰ ਐਡ ਕੀਤਾ ਜਾਂ ਥਾਂ ਦਿੱਤੀ। ਅਤੇ ਫਿਰ ਸੰਪੂਰਨਤਾ ਕਰਕੇ ਗੁਰਿਆਈ ਗੱਦੀ ਹਜ਼ੂਰ ਸਾਹਿਬ ਦੇ ਕੇ ਆਖਿਆ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਐਸੇ ਗੁਰੂ ਗ੍ਰੰਥ ਸਾਹਿਬ ਦੀਨ ਦੁਨੀਆ ਦੇ ਮਾਲਕ, ਉਹਨਾਂ ਦਾ ਪਹਿਲਾ ਪ੍ਰਕਾਸ਼ ਪੁਰਬ ਜੀ ਮਨਾ ਰਹੇ ਹੋ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੰਗਤ ਜੀ, ਅੱਜ ਕੱਲ੍ਹ ਜਿਵੇਂ ਆਪਣੇ ਮੈਂਬਰ ਸਾਹਿਬ ਦੱਸ ਰਹੇ ਸਨ ਵੀ ਕਿੱਧਰ ਨੂੰ ਅਸੀਂ ਜਾ ਰਹੇ ਹਾਂ। ਪਿੰਡਾਂ ਦੇ ਵਿੱਚ ਲਾਲਚ ਦੇ ਕੇ ਜਾਂ ਭੁਲੇਖੇ ਵਿੱਚ ਝੂਠੀਆਂ ਸਾਡੀ ਤਾਂ ਸੱਚੀ ਕਰਾਮਾਤ ਹੈ ਨਾ, ਜ਼ਾਹਰ ਕਲਾ ਹੈ ਨਾ ਗੁਰੂ ਨਾਨਕ ਦੇ ਘਰੇ। ਉਹ ਝੂਠੀਆਂ ਹਾਲੇਲੂਇਆ ਕਰਕੇ, ਝੂਠੀਆਂ ਕਰਾਮਾਤਾਂ ਦੇ ਕੇ, ਫਿਲਮੀ ਤੌਰ 'ਤੇ ਕਰਕੇ ਤੇ ਸਾਡੇ ਲੋਕਾਂ ਨੂੰ ਭਰਮਾ ਰਹੇ। ਇਹ ਵੀ ਸਾਡੇ ਲਈ ਬਹੁਤ ਵੱਡਾ ਪਾਪ ਵਾਲੀ ਗੱਲ ਹੈ। ਅਸੀਂ ਹੋਰ ਪਾਸੇ ਤੁਰੇ ਫਿਰਦੇ। ਫਿਰ ਹੋ ਕੇ ਸਿੱਖ ਗੁਰੂ ਕੇ, ਤੇ ਕੋਈ ਧਾਗਾ ਬੰਨੇ ਗੁੱਟ ਦੇ ਉੱਤੇ, ਤੇ ਕੋਈ ਧਾਗਾ ਬੰਨੇ ਡੌਲੇ ਦੇ ਉੱਤੇ, ਕੋਈ ਬੰਨੇ ਗਿੱਟੇ ਦੇ ਉੱਤੇ, ਤੇ ਕੋਈ ਗਰਦਨ 'ਤੇ ਪਾਈ ਫਿਰੇ। ਇਹ ਵੀ ਪਾਪ ਵਾਲੀ ਗੱਲ ਹੈ। ਭਾਈ ਗੁਰਦਾਸ ਨੇ ਲਿਖਿਆ, ਹੋਏ ਗੁਰਸਿੱਖ ਆਨ ਦੇਵ ਟੇਵ ਸੇਵ ਗਹਿ। ਹੋਵੇ ਗੁਰੂ ਕਾ ਸਿੱਖ, ਕਿਸੇ ਹੋਰ ਦੇਵੀ ਦੇਵਤੇ ਦੇ ਜਾਵੇ, ਕਿਸੇ ਹੋਰ ਪੰਡਤ ਪਾਂਡੇ ਦੇ ਪਾਂਧੇ ਦੇ ਕੋਲੋਂ ਟੇਵਾ ਕਰਾਵੇ, ਤੇ ਕਿਸੇ ਹੋਰ ਦੇ ਪਿੱਛੇ ਲੱਗੇ। ਹੋਏ ਗੁਰਸਿੱਖ ਆਨ ਦੇਵ ਟੇਵ ਸੇਵਕ ਹੈ, ਸੇਵਾ ਕਰੇ ਕਿਸੇ ਦੀ। ਸਹੇ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਕਹਿੰਦੇ ਉਹ ਜਮਾਂ ਦੇ ਡੰਡੇ ਸਹਾਰੇਗਾ ਤੇ ਉਹਦੇ ਜੀਵਨ ਤੇ ਲਾਹਣਤ ਹੈ। ਇਸ ਲਈ ਅਸੀਂ ਲਾਹਣਤਾਂ ਨਹੀਂ ਖੱਟਣੀਆਂ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ, ਤੇ ਗੁਰੂ ਦੀ ਗੋਦ ਵਿੱਚ ਜਾ ਕੇ ਬੈਠਣਾ। ਬੈਠਾਂਗੇ ਤਾਂ ਜੇ ਅਸੀਂ ਗੁਰੂ ਦੀ ਗੱਲ ਮੰਨ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਜਨਮ ਮਰਨ, ਜਿਹੜਾ ਹਰ ਵੇਲੇ ਸਾਡੇ ਨਾਲ ਹੈ, ਹਰੇਕ ਸੰਸਕਾਰ ਵਿੱਚ ਨਾਲ ਖੜਨ ਵਾਲਾ, ਇੱਥੇ ਉੱਥੇ ਰਖਵਾਰਾ ਪ੍ਰਭ ਸਤਿਗੁਰੂ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੇ ਚਰਨੀ ਲੱਗ ਕੇ ਆਪਣਾ ਜੀਵਨ ਸਫਲ ਕਰਾਂਗੇ। ਸਮੂਹ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਔਰ ਸਾਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਪ੍ਰਚਾਰਕ ਵੀਰ ਸਤਨਾਮ ਸਿੰਘ ਹੋਣੀ, ਜੋ ਬਹੁਤ ਸੋਹਣੀ ਸਟੇਜ ਸਾਂਭਦੇ ਆ, ਵੱਡੇ ਵਿਦਵਾਨ ਹੈ। ਉਹ ਆਪ ਜੀ ਨੂੰ ਅਗਲੇ ਪ੍ਰੋਗਰਾਮ ਬਾਰੇ ਦੱਸਣਗੇ। ਅੱਜ ਸੰਗਰਾਂਦ ਦਾ ਦਿਨ ਹੋਣ ਕਰਕੇ ਨਾਢਾ ਸਾਹਿਬ ਦੀ ਬਹੁਤ ਸੰਗਤ ਹੁੰਦੀ ਆ, ਉਧਰੋਂ ਹਾਜ਼ਰੀ ਭਰ ਕੇ ਆਏ ਹਾਂ। ਸ਼ਾਮਾਂ ਨੂੰ ਫਿਰ ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।